देह शिवा बर मोहे है, शुभ कर मन ते कबू न डरो। न डरो और सो जब जाए लरो, निश्चय कर अपनी जीत करो। अर्श कहो अपने ही मन को, एह लालच हाँ गुण तो उछरो। जब आग की औदन दान बने, अत ही रन में तब जूझ मरो। ਇਹ ਪ੍ਰਸੰਗ ਸ਼ਹੀਦ ਭਾਈ ਗੁਰਤੇਜ ਸਿੰਘ ਜੀ ਜਿਹੜੇ ਕਿ 15-16 ਜੂਨ ਸੰਨ 2020 ਗਲਵਾਨ ਘਾਟੀ ਵਿਖੇ ਸ਼ਹੀਦ ਹੋਏ ਨੇ। ਜਦੋਂ ਕੋਈ ਮਾਤਾ ਆਪਣੇ ਘਰ ਔਲਾਦ ਦੀ ਉਮੀਦ ਰੱਖਦੀ ਹੈ, ਸੰਤਾਂ ਮਹਾਤਮਾ ਦੇ ਕੋਲ ਜਾਂਦੀ ਹੈ, ਤਾਂ ਮਹਾਤਮਾ ਕਹਿੰਦੇ ਨੇ ਕਿ ਤੇਰੇ ਘਰ एक भगत पैदा होवे, नहीं तो तेरे घर दातार पैदा होवे, दाता वंडन वाला होवे, नहीं तो तेरे घर एक सूरमा पैदा होवे। अगर यह नहीं है तो जननी जड़ी है बांझ ही रवे, उहदे घर नहीं औलाद तो चंगी गल हैगी है। ਇਹ ਮਹਾਂਪੁਰਖਾਂ ਦਾ ਗੁਰਬਾਣੀ ਦੇ ਮੁਤਾਬਕ ਜੀਵਨ ਦਾ ਇੱਕ ਸਾਰ ਹੈਗਾ ਆ। ਔਰ ਜਦੋਂ ਸੂਰਮੇ ਹੁੰਦੇ ਨੇ, ਉਹ ਆਪਣੇ ਦੇਸ਼ ਕੌਮ ਧਰਤੀ ਮਾਤਰ ਭੂਮੀ ਦੇ ਲਈ ਲੜਦੇ ਨੇ। ਸਮਾਜ ਦੀ ਉੱਚਤਾ ਦੇ ਲਈ, ਕੌਮ ਦੀ ਉੱਚਤਾ ਦੇ ਲਈ, ਧਰਮ ਦੀ ਵਡਿਆਈ ਦੇ ਲਈ ਆਪਣੇ ਜੀਵਨ ਨੂੰ ਢਾਲਦੇ ਨੇ। ਔਰ ਉਹ ਜਦ ਬਣਾ ਕੇ ਉਹ ਜੋ ਸੂਰਮੇ ਫਿਰ ਇਸ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜਦੇ ਨੇ। ਇਸੇ ਤਰ੍ਹਾਂ ਭਾਈ ਗੁਰਤੇਜ ਸਿੰਘ ਜੀ ਜਿਹੜਾ ਕਿ 23 ਸਾਲ ਦਾ ਗੱਭਰੂ ਹਾਲੇ ਮੁੱਛਾਂ ਵੀ ਨੇ ਮੂੰਹ 'ਤੇ ਆਈਆਂ ਹੈਗੀਆਂ ਨੇ। ਔਰ ਜਦੋਂ ਆਪ ਜੀ 6 ਸਾਲ ਦੀ ਉਮਰ ਦੇ ਸੀਗੇ, ਬੜੇ ਮਿੱਠ ਬੋਲੜੇ ਸੁਭਾਅ ਦੇ ਅੰਮ੍ਰਿਤ ਪਾਨ ਕਰ ਲਿਆ। ਔਰ ਰੋਜ਼ ਸਵੇਰੇ ਗੁਰਦੁਆਰੇ ਅੰਮ੍ਰਿਤ ਵੇਲੇ 4 ਵਜੇ ਗੁਰਦੁਆਰੇ ਸਾਹਿਬ ਜਾਣਾ, ਪੂਰਾ ਪਾਠ ਉੱਤੇ ਸਰਵਣ ਕਰਨਾ, ਆਪਣਾ ਨੇਤਰਮ ਦਾ ਪਾਠ ਕਰਨਾ। बड़े मिठ बोलड़े सुभाव दे सारा पिंड इलाका जड़ा है, मुहल्ला है, जड़े जितने भी ये कहते ने कि बच्चे ने कभी बेकलाम नहीं होया, ये कभी बेलगाम नहीं होया। हर एक दे नाल इतना तक कि माँ दे हथ भी सदा चुमते रहना, क्योंकि पिछों जरा परिवार थोड़ा जिहा औखा है, बहुती कोई जमीना नहीं हैगियां, बड़े औखे तरीके पर जीवन का गुजारा करते हैं। पर इस बच्चे ने अपनी माँ के हर वेले हथ चूमने और माँ को कहना कि माँ मैं तेरा जीवन सुखाला करांगा। जरा गल का ध्यान देना गुरमुखो, माँ मैं तेन सुखी रखांगा, माँ मैं तेरी सेवा करांगा। ਹੁਣ ਮਾਵਾਂ ਨੇ ਤਾਂ ਵਿਚਾਰੀਆਂ ਨੇ ਹੱਥੀਂ ਕੰਮ ਕਰਕੇ ਕਦੇ ਖੇਤਾਂ ਦੇ ਵਿੱਚ ਕਦੇ ਘਰਾਂ ਦੇ ਵਿੱਚ ਜਾ ਜਾ ਕੇ ਜਿਹੜੇ ਵੀ ਕੰਮ ਕਰਨੇ ਨੇ, पर माँ मैं तेन मकान बना के देवांगा। और बड़े ही अच्छे तरीके दे नाल इहने +1 ते +2 पास की है। फिर इहने इसी तरह कॉलेज दे विच भी BA की एडमिशन भी लई है, IELTS भी पास किया हैगा। पर बचपन तो मन दे विच यही विराग हुंदा सीगा कि मैं माँ नूं सुखी रखां, पर मैं नाल ही मैं फौज दे विच ही भर्ती होकर मैं देश की सेवा करां। और इसे ही तरह जो सेवा भावना अपने मन के सीगे, जदों किसी मनुख के जीव के अंदर कोई निशाना हुंदा है, वो दिन रात हर वेले अपने निशाने को सोचता है। भीड़ा आंदियां मुश्किल आंदियां ने, पर ਉਹਦੇ ਉੱਤੇ फिर वो लड़ता है, उसके उत्ते कोशिशां करता है, अपने मन को दृढ़ रखता है, डोलता नहीं हैगा। ਜਿਹੜੀ भी कोई गल अपने मुकाम ते पहुँचने वाली होंदी है, फिर उसकी सलाह लैंदा, ਉਹਦੇ दृढ़ इरादे ते चलता हैगा। इसे ही तरह बच्चे ने IELTS भी पास कर ली हैगी। फिर ये मन के विच आया हैगा ਜਦੋਂ कि BA ਦੇ इम्तिहान भी देने के लिए BA की पढ़ाई भी करनी की हैगी। एक दिन फिर इन्हें आर्मी के भर्ती के लिए फॉर्म भरिया हैगा। तो जो कहते रेस लगाई हैगी, तो सब तो अव्वल नंबर ते यह बच्चा आया। पर कुछ नक के उत्ते कोई मुश्किल जी आर करके इन्हों क्या सी कि छोटा जिहा ऑपरेशन करा कर फिर 6 महीने बाद पटियाले विखे
ਦੁਬਾਰਾ ਜਦੋਂ ਭਰਤੀ ਦੀ ਟਰਾਈ ਹੋਈ ਹੈ ਤਾਂ ਫਿਰ ਵੀ ਸਭ ਤੋਂ ਅਵਲ ਨੰਬਰ ਤੇ ਅੱਗੇ ਆ ਕੇ ਇਹ ਪਾਸ ਹੋ ਗਿਆ ਹੈਗਾ ਆ। ਫਿਰ ਇਹਦੀ ਟ੍ਰੇਨਿੰਗ ਹੋਈ ਹੈਗੀ ਹੈ ਆਰਮੀ ਦੇ, ਆਪ ਨੂੰ ਪਤਾ ਹੈ ਕਿ ਕਿਤਨੇ ਸਖਤ ਟ੍ਰੇਨਿੰਗ ਹੁੰਦੀ ਹੈਗੀ ਹੈ। ਉਸ ਟ੍ਰੇਨਿੰਗ ਦੇ ਵਿੱਚ ਵੀ ਫਿਰ ਬੜੀ ਖੂਬਸੂਰਤੀ ਦੇ ਨਾਲ, ਬੜੀ ਬਹਾਦਰੀ ਦੇ ਨਾਲ ਇਹਨੇ ਆਪਣਾ ਸਾਰਾ ਜਿਹੜਾ ਕਿ ਇੰਸਪੈਕਟਰਾਂ ਜਿਹੜੇ ਵੱਡੇ ਵੱਡੇ ਜਿਹੜੇ ਆਰਮੀ ਦੇ ਬੌਸ ਸੀਗੇ, ਜਿੱਥੋਂ ਇਹਨੇ ਆਪਣੀ ਸਾਰੀ ਤਾਲੀਮ ਲਈ ਸੀਗੀ, ਬੜੇ ਸੂਰਬੀਰਤਾ ਦੇ ਨਾਲ, ਬੜੇ ਪ੍ਰੇਮ ਪਿਆਰ ਦੇ ਨਾਲ, ਆਪਣੇ ਮਿੱਠੇ ਸੁਭਾਅ ਦੇ ਨਾਲ ਇਹਨੇ ਉਹਨਾਂ ਦਾ ਵੀ ਜਦੋਂ ਕਿ ਸਾਰੇ ਜਿਹੜੇ ਸਰਟੀਫਿਕੇਟ ਸੀ ਬੜੇ ਚੰਗੀ ਤਰ੍ਹਾਂ ਮਿਲੇ ਨੇ। ਔਰ ਇਹਦੀ ਪਹਿਲੀ ਜਿਹੜੀ ਪੋਸਟ ਸੀਗੀ ਗਲਵਾਨ ਘਾਟੀ ਵਿਖੇ ਦੀ ਹੋਈ ਹੈਗੀ ਹੈ। ਤੇ ਦਾਸ ਬਹੁਤਾ ਲੰਬੀ ਗੱਲ ਨਾ ਕਰੇ, ਕਹਿੰਦੇ ਨੇ ਕਿ ਜਦੋਂ ਕਿ 15 ਤਰੀਕ ਰਾਤ ਨੂੰ ਨੇ ਹੱਥੇ ਨੇ ਕੋਈ ਹੱਥ ਵਿੱਚ ਸ਼ਸਤਰ ਨਹੀਂ ਹੈ, ਠੰਡਾ ਮੌਸਮ ਹੈਗਾ ਆ, ਔਰ ਬਿਹਾਰ ਰੈਜੀਮੈਂਟ ਦੇ ਉੱਤੇ ਹਮਲਾ ਕੀਤਾ ਚੀਨੀਆਂ ਨੇ, ਔਰ ਇਹਨਾਂ ਦੇ ਕੋਲ ਕੋਈ ਆਪਣਾ ਹਥਿਆਰ ਨਹੀਂ ਹੈਗਾ। ਔਰ ਇੱਕ ਫੌਜੀ ਦਾ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਸਾਥੀ ਦੇ ਉੱਤੇ ਅਗਰ ਕੋਈ ਹਮਲਾ ਹੁੰਦਾ ਹੈਗਾ ਆ ਤੇ ਉਹ ਬਿਹਾਰ ਰੈਜੀਮੈਂਟ ਦੇ ਪਿੱਛੇ ਫਿਰ ਜਿਹੜੇ ਸਿੱਖ ਰੈਜੀਮੈਂਟ ਸੀਗੇ ਉਹਦੇ ਵਿੱਚ ਫਿਰ ਇਹਨੇ ਆਪ ਅੱਗੇ ਹੋ ਕੇ ਜਾ ਕੇ ਜਦੋਂ ਅੱਗੇ ਜਾ ਕੇ ਦੇਖ ਕੇ ਸਾਡੇ ਜਵਾਨਾਂ ਤੇ ਮੁਸ਼ਕਲਾਂ ਪੈ ਰਹੀਆਂ ਨੇ ਤਾਂ 4 ਚੀਨੀਆਂ ਨੇ ਇਹਨੂੰ ਪਕੜ ਲਿਆ, ਇਸ ਗੁਰਮੁਖ ਪਿਆਰੇ ਨੂੰ, ਔਰ ਦੇ ਵਿੱਚੋਂ 3 ਨੇ ਇਹਨੂੰ ਪਕੜੀ ਰੱਖਿਆ, ਚੌਥਾ ਉਹਨੂੰ ਪਿੱਛੋਂ ਇਹਦੇ ਵਾਰ ਕਰਕੇ ਇਹਦੇ ਉੱਤੇ ਹਮਲਾ ਕਰਨਾ ਚਾਹਿਆ। ਪਰ ਇਸ ਸੂਰਮੇ ਨੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਸਾ ਗੂੰਜਦਾ ਇਹਨੇ ਨਾਰਾ ਛੱਡਿਆ, ਇਹਨੇ ਆਵਾਜ਼ ਕੀਤੀ ਹੈਗੀ ਆ ਕਿ ਸਾਰਾ ਜਿਹੜਾ ਅਸਮਾਨ ਸੀਗਾ ਗੂੰਜ ਉੱਠਿਆ। ਔਰ ਉਹ ਚੀਨੀ ਵੀ ਜਿਹੜੇ ਕਿ 4 ਦੇ ਆਲੇ ਦੁਆਲੇ ਜਿਹਨਾਂ ਨੂੰ ਪਕੜਿਆ ਸੀਗਾ ਉਹ ਵੀ ਘਬਰਾ ਗਏ। ਔਰ ਇਸ ਸੂਰਮੇ ਨੇ ਉਸੇ ਵੇਲੇ ਆਪਣੇ ਸ਼ੇਰੇ ਸਾਹਿਬ ਆਪਣੀ ਕਿਰਪਾਨ ਕੱਢੀ ਹੈ ਔਰ ਕੱਢ ਕੇ ਉਹ ਚਾਰੋਂ ਨੂੰ ਜਿਹੜਾ ਕਿ ਇਹਨੇ ਸ਼ਹੀਦ ਕਰ ਦਿੱਤਾ। ਪਰ ਜਿੰਦ ਕਹਿੰਦੇ ਕਿ ਜਦੋਂ ਸ਼ਹੀਦ ਕੀਤਾ ਤੇ ਇਹਦਾ ਬਰਫਾਂ ਦੇ ਉੱਤੇ ਕਿਸੇ ਵਜ੍ਹਾ ਪੈਰ ਦਾ ਤਿਲਕ ਗਿਆ, ਤਿਲਕਣ ਦੇ ਨਾਲ ਥਾੜ ਕਰਕੇ ਥੱਲੇ ਗਿਰਿਆ, ਕਰੇ 12-15 ਫੁੱਟ ਥੱਲੇ ਚਟਾਨ ਤੇ ਜਾ ਕੇ ਡਿੱਗਿਆ। ਇਹ ਜਿਹੜੀ ਸਾਰੀ ਗੱਲ ਹੈਗੀ ਨੇ, ਜਿਹੜੇ ਤੇ ਫੌਜੀ ਦੂਜੇ ਸੀ ਜਿਹੜੇ ਉਹਨਾਂ ਨੇ ਗੱਲ ਦੱਸੀ ਹੈਗੀ ਆ, ਸੋਸ਼ਲ ਮੀਡੀਆ ਦੇ ਵਿੱਚ ਵੀ ਕਾਫੀ ਗੱਲਾਂ ਆਈਆਂ ਇਹਦੇ ਬਾਰੇ। ਤੇ ਕਹਿੰਦੇ ਕਿ ਇਸ ਸੂਰਮੇ ਨੇ ਫਿਰ ਆਪਣੀ ਪਹਿਲਾਂ ਦਸਤਾਰ ਸੰਭਾਲੀ, ਕਿਉਂਕਿ ਜਦੋਂ ਇਹੋ ਜਿਹੇ ਸੂਰਮੇ ਅੰਮ੍ਰਿਤਧਾਰੀ ਹੁੰਦੇ ਨੇ ਜੰਗ ਦੇ ਮੈਦਾਨ 'ਚ ਧਰਤੀ ਮਾਤਾ ਲਈ ਜਾਂ ਪਰਉਪਕਾਰ ਦੇ ਲਈ ਜੇ ਚੰਗੇ ਭਲਾਈ ਕੰਮ ਤੇ ਲੜਦੇ ਨੇ ਉਦੋਂ ਫਿਰ ਸ਼ਹੀਦਾਂ ਦਾ ਪਹਿਰਾ ਵੀ ਨਾਲ ਹੁੰਦਾ ਹੈ। ਕਲਗੀਆਂ ਵਾਲੇ ਆਪ ਆਪਣਾ ਫਿਰ ਆਪਣੇ ਸੇਵਕ ਨੂੰ ਸਹਾਰਾ ਦਿੰਦੇ ਨਹੀਂ ਉਸ ਵੇਲੇ। ਇਸ ਗੁਰਮੁਖ ਪਿਆਰੇ ਦੇ ਅੱਗੇ ਫਿਰ ਤਾਂ ਕਲਗੀਆਂ ਵਾਲਾ ਚਿਹਰਾ ਹੈ, ਸੂਰਮੇ ਦੇ ਨਾਲ ਪਹਿਰਾ ਦੇ ਰਹੇ ਨੇ, ਸ਼ਹੀਦ ਸੂਰਮੇ ਜਿਹੜੇ ਨੂੰ ਪਹਿਰਾ ਦੇ ਰਹੇ ਸੀਗੇ। ਇਹਨੇ ਆਪਣੀ ਦਸਤਾਰ ਸੰਭਾਲੀ ਹੈ ਤਾਂ ਦੂਜੇ ਚੀਨੀ ਜਿਹੜੇ ਸੀ ਹੋਰ ਫਿਰ ਇਹਦੇ ਪਿੱਛੋਂ 7-8 ਚੀਨੀ ਆਏ ਨੇ। ਇਹਨੇ ਆਪਣੇ ਸ਼੍ਰੀ ਸਾਹਿਬ ਦੇ ਨਾਂ ਉਹਨਾਂ ਦਾ ਸਿਰ ਕਲਾਮ ਕੀਤਾ ਔਰ ਨਾਲ ਹੀ ਬੋਲੀ ਜਾਵੇ ਕਿ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਕਰਦੇ ਇਹਦੇ ਕਹਿੰਦੇ ਕਿ ਇਹਨੇ ਫਿਰ 7 ਚੀਨੀ ਵੀ ਜਿਹੜੇ ਸੀਗੇ ਉਹਨਾਂ ਨੇ ਇਹਦੇ ਉੱਤੇ ਵਾਰ ਕੀਤਾ। ਫਿਰ ਇਤਨਾ ਵੀ ਨਹੀਂ ਇਹ ਸੂਰਮਾ ਜਿਹੜਾ ਹੈਗਾ ਗੁਰਤੇਜ ਸਿੰਘ ਜੀ ਹਾਲੇ ਵੀ ਹਿੰਮਤ ਬੜੀ ਹੈਗੀ ਹੈ। ਜਦੋਂ ਇੱਕ ਪਿੱਛੋਂ ਦੂਜੇ ਕਿਸੇ ਚੀਨੀ ਨੇ 8ਵੇਂ ਚੀਨੀ ਨੇ ਦੇ ਪਿੱਛੋਂ ਵਾਰ ਕੇ ਇਹਨੂੰ ਸ਼ਹੀਦ ਕੀਤਾ, ਪਰ ਸ਼ਹੀਦ ਹੋਣ ਤੋਂ ਪਹਿਲਾਂ ਫਿਰ ਇਹਨੇ ਆਪਣੀ ਜਿਹੜੀ ਸ਼੍ਰੀ ਸਾਹਿਬ ਸੀਗੀ ਨਾਲੇ ਜਕਾਰੇ ਛੱਡਦਾ ਜਾ ਰਿਹਾ ਹੈਗਾ, ਕਲਗੀਆਂ ਉਹਨਾਂ ਨੂੰ ਯਾਦ ਕਰਦਾ ਹੈ। ਕਲਗੀਆਂ ਦੇ ਚਿਹਰੇ ਦੇ ਅੱਗੇ ਹੈਗਾ ਸ਼ਹੀਦਾਂ ਦਾ ਪਿਆਰਾ ਲੱਗਾ ਆ, ਸ਼ਹੀਦ ਸੂਰਮੇ ਵੀ ਸਾਥ ਦੇ ਰਹੇ ਹੈਗੇ ਨੇ। ਔਰ ਪਿੱਛੋਂ ਫਿਰ ਜਦੋਂ ਕਿ ਚੀਨੇ ਨੇ ਇਹਦੇ ਤੇ ਵਾਰ ਕੀਤਾ ਹੈਗਾ ਤਾਂ ਤਲਵਾਰ ਜਿਹੜੀ ਸੀ ਆਰ ਪਾਰ ਹੋ ਗਈ। ਇੱਥੇ ਵੀ ਸਾਡਾ ਸੂਰਮਾ ਜਿਹੜਾ ਸੀਗਾ ਨਹੀਂ ਘਬਰਾਇਆ ਨਹੀਂ, ਡਿੱਗਿਆ ਨਹੀਂ। ਉਸ ਵੇਲੇ ਫਿਰ ਇਹਨੇ ਜਕਾਰਾ ਛੱਡਿਆ ਔਰ ਉਸ ਚੀਨੇ ਨੂੰ ਆਪਣੀ ਸ਼੍ਰੀ ਸਾਹਿਬ ਦੇ ਨਾਲ ਸ਼ਹੀਦ ਕੀਤਾ, ਉਹਨੂੰ ਖਤਮ ਕੀਤਾ, ਉਹਨੂੰ ਕਤਲ ਕੀਤਾ ਉਹਦਾ। ਇਸ ਤਰ੍ਹਾਂ ਨੇ 12 ਚੀਨੀਆਂ ਨੂੰ ਭਾਵੇਂ ਕਹਿੰਦੇ ਨੇ ਕਿ ਸਾਡੇ ਸਿੱਖ ਕੌਮ ਸਾਡੇ ਹਿੰਦੁਸਤਾਨ ਦੀ ਸਰਕਾਰ ਯਾਦ ਕਰੇ ਨਾ ਕਰੇ, ਪਰ ਚੀਨੀਆਂ ਨੂੰ ਕਹਿ ਲਓ ਕਿ ਕਦੇ ਭੁੱਲਣ ਵਾਲੇ ਨਹੀਂ ਹੈਗੇ। ਉਹਨਾਂ ਨੂੰ ਇਹ ਜ਼ਰੂਰ ਯਾਦ ਰਹੇ ਕਿ ਸੂਰਮੇ ਕਿਸ ਤਰੀਕੇ ਦੇ ਨਾਲ ਨੇ। ਉਹ ਕਹਿੰਦੇ ਹੈ ਕਿ ਜਿਹੜੀ ਚੀਨੀ ਸਰਕਾਰ ਹੈਗੀ ਆ ਇਸ ਸੂਰਬੀਰਤਾ ਨਾਲ ਲੜਨ ਦੇ ਨਾਲ ਉਹਨਾਂ ਨੇ ਹਾਲੀ ਤੱਕ ਵੀ ਇਹ ਨਹੀਂ ਦੱਸੇ ਕਿ ਆਪਣੇ ਕਿੰਨੇ ਬੰਦੇ ਮਰੇ ਹੈਗੇ ਨੇ, ਇਤਨੇ ਉਹ ਡਰੇ ਹੋਏ ਹੈਗੇ ਨੇ। ਔਰ ਉਸ ਦੇ ਬਾਅਦ ਫਿਰ ਚੀਨੀ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਾਰਤਾ ਕਰਾਂਗੇ, ਗੱਲਬਾਤ ਕਰਾਂਗੇ, ਮਿੱਠੇ ਤਰੀਕੇ ਦੇ ਨਾਲ। ਅਸੀਂ ਲੜਾਈ ਨਹੀਂ ਚਾਹੁੰਦੇ, ਜੰਗ ਨਹੀਂ ਚਾਹੁੰਦੇ, ਕਿਉਂਕਿ ਚੀਨੀਆਂ ਦੀ ਇੱਕ ਗੱਲ ਹੈਗੀ ਆ ਕਿ ਉਹ ਮੂੰਹ ਤੋਂ ਅੱਗੇ ਬੜੇ ਸਿੱਧੇ ਹੋਣਗੇ, ਪਰ ਕਹਿੰਦੇ ਨੇ ਕਿ ਹਿੰਦੀ ਵਿੱਚ ਕਿ ਮੂੰਹ ਮੇ ਰਾਮ ਬਗਲ ਮੇ ਛੁਰੀ, ਉਹ ਇਹਨਾਂ ਦਾ ਹਿਸਾਬ ਹੈਗਾ ਆ
ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਇਹ ਅੱਜ ਤੋਂ ਨਹੀਂ ਸਦੀਆਂ ਤੋਂ ਇਹਨਾਂ ਚੀਨੀਆਂ ਦਾ ਸੁਭਾਅ ਵੀ ਰਿਹਾ ਹੈਗਾ ਆ। ਮਾਫ ਕਰਨਾ ਮੈਂ ਕਿਸੇ ਦੇ ਬੁਰਾ ਬੋਲਦਾ, ਪਰ ਇਹ ਸੱਚਾਈ ਦੀ ਗੱਲ ਹੈਗੀ ਆ। ਤੇ ਕਹਿੰਦੇ ਗੁਰਤੇਜ ਸਿੰਘ ਦੇ ਅੰਦਰ ਇਤਨੀ ਸੂਰਬੀਰਤਾ ਰਹੀ ਹੈਗੀ ਆ ਕਿ ਇਹਨੇ ਅਖੀਰ ਦੇ ਵੇਲੇ ਵੀ ਫਿਰ ਆਪਣੇ ਸ਼੍ਰੀ ਸਾਹਿਬ ਦੇ ਨਾਲ, ਕਿਉਂਕਿ ਜਿਹੜੇ ਸ਼੍ਰੀ ਸਾਹਿਬ ਹੈ ਇਹ ਕਲਗੀਆਂ ਵਾਲੇ ਨੇ ਸਾਨੂੰ ਇੱਕ ਕਿਰਪਾਨ ਦਿੱਤੀ ਹੈ, ਇੱਕ ਬਖਸ਼ਿਸ਼ ਦਿੱਤੀ ਹੈਗੀ ਹੈ ਭਲਾਈ ਦੇ ਕੰਮ ਕਰਨ ਦੇ ਲਈ, ਜਾਂ ਤਾਂ ਆਪਣੇ ਬਚਾਓ ਦੇ ਲਈ, ਜਾਂ ਕਦੀ ਕਿਸੇ ਵੀ ਜ਼ਾਲਮ ਦੇ ਉੱਤੇ ਪਹਿਲਾਂ ਜ਼ਾਲਮ ਨੂੰ ਪਿਆਰ ਨਾਲ ਸਮਝਾਉਂਦੇ ਨੇ, ਤਰਤੀਬ ਦੇ ਨਾਲ ਗੱਲਾਂ ਦੇ ਨਾਲ ਸਮਝਾਉਂਦੇ ਨੇ। ਪਰ ਜਦੋਂ ਉਹ ਜ਼ਾਲਮ ਜਿਸ ਤਰ੍ਹਾਂ ਕਿ ਔਰੰਗਜ਼ੇਬ ਹੈਗਾ ਆ, ਪਿਆਰ ਨਾਲ ਕਲਗੀਧਰ ਪਿਤਾ ਨੇ ਸਮਝਾਇਆ, ਪਰ ਜਦੋਂ ਪਿਆਰ ਦੇ ਨਾਲ ਇਹ ਸਮਝਿਆ ਹੈਗਾ ਤਾਂ ਫਿਰ ਕਲਗੀਧਰ ਪਿਤਾ ਨੇ ਮਹਾਰਾਜ ਜੀ ਨੇ ਫਿਰ ਕਿਰਪਾਨ ਚੁੱਕੀ ਹੈ, ਕਿਉਂਕਿ ਜ਼ੁਲਮ ਦੇ ਖਿਲਾਫ ਜ਼ਾਲਮ ਦੇ ਖਿਲਾਫ ਲੜਨ ਦੇ ਲਈ, ਕਿਉਂਕਿ ਲੜਾਈ ਹੁੰਦੀ ਹੈ ਜ਼ੁਲਮ ਦੇ ਖਿਲਾਫ ਜ਼ਾਲਮ ਦੇ ਖਿਲਾਫ। ਇਸੇ ਹੀ ਤਰ੍ਹਾਂ ਸ਼ਹੀਦ ਭਾਈ ਗੁਰਤੇਜ ਸਿੰਘ ਜੀ ਨੇ ਆਪਣੀ ਸ਼ਹਾਦਤ ਪੂਰੀ ਕਰਨ ਤੋਂ ਪਹਿਲਾਂ ਆਪਣੇ ਹੱਥ ਅਸਮਾਨ 'ਚ ਕੀਤੇ ਨੇ, ਦੋਨੋਂ ਹੱਥ ਜੋੜੇ ਨੇ ਔਰ ਉਸ ਕਲਗੀਆਂ ਦਾ ਸ਼ੁਕਰਾਨਾ ਕੀਤਾ ਹੈਗਾ ਆ ਕਿ ਹੈ ਗਰੀਬ ਨਿਵਾਜ ਤੁਹਾਡਾ ਸ਼ੁਕਰ ਹੈਗਾ ਆ। ਹਾਲੇ ਦੇਖ ਲਓ ਸਵਾਨ ਜਿਹੜੇ ਹੁੰਦੇ ਨੇ ਪੂਰੇ ਹਾਲੀ ਹੋਏ ਨਹੀਂ ਹੈਗੇ ਔਰ ਅਖੀਰਲੀ ਘੜੀ ਦੇ ਵਿੱਚ ਹੈਗਾ ਆ, ਪਰ ਫਿਰ ਵੀ ਉਸਨੇ ਕਲਗੀਆਂ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈਗਾ ਆ। ਔਰ ਸ਼੍ਰੀ ਸਾਹਿਬ ਜਿਹੜੇ ਸੀਗੇ ਆਪਣੇ ਗਲੇ ਦੇ ਵਿੱਚ ਪਾਈ ਹੈਗੀ ਹੈ ਔਰ ਉਸੇ ਵੇਲੇ ਫਿਰ ਸ਼ਹੀਦ ਹੋਇਆ ਹੈਗਾ ਆ। ਉਹ ਫਿਰ ਮਗਰੋਂ ਜਿਹੜੇ ਦੂਜੇ ਚੀਨੀ ਸੀ ਇੰਨੇ ਘਬਰਾ ਗਏ ਕਿ ਰਾਤ ਦਾ ਸਮੇਂ ਠੰਡ ਦਾ ਸਮੇਂ ਹੈਗਾ ਆ ਔਰ ਉਹ ਭੱਜ ਗਏ ਉੱਥੋਂ। ਕਿਸੇ ਦੇ 'ਚ ਹਿੰਮਤ ਨਾ ਪਈ ਹੈਗੀ ਕਿ ਅਸੀਂ ਇਹਦੇ 'ਤੇ ਕੋਈ ਹੋਰ ਵੀ ਸਿੱਖਾਂ ਦੇ ਉੱਤੇ ਵਾਰ ਕਰੀਏ, ਕਿਉਂਕਿ ਚੀਨੀਆਂ ਨੂੰ ਪਤਾ ਹੈਗਾ ਆ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਕਾਰਗਿਲ ਦੀ ਜੰਗ ਵੀ ਹੋਈ ਹੈਗੀ ਆ, ਪਾਕਿਸਤਾਨੀਆਂ ਨੇ ਧੋਖਾ ਦਿੱਤਾ ਹੈਗਾ ਆ। ਇਹਨਾਂ ਸਾਰਿਆਂ ਨੂੰ ਪਤਾ ਹੈਗਾ ਆ ਕਿ ਸਿੱਖ ਕੌਮ ਜਿਹੜੀ ਹੈਗੀ ਆ ਇਹ ਬੜੀ ਇੱਕ ਬਹਾਦਰ ਕੌਮ ਹੈ, ਇਹ ਕਲਗੀਆਂ ਦੀ ਕੌਮ ਹੈਗੀ ਆ। ਤਾਂ ਹੀ ਕਹਿੰਦੇ ਨੇ ਕਿ ਦੇਹ ਸੇਵਾ ਬਰ ਮੋਹ ਹੈ, शुभ कर्म ते कबू न डरो, ना डरो और सो जब जाए लरो, निश्चय कर अपनी जीत करो। ਅੱਜ ਦੇਖ ਲਓ ਕੈਨੇਡਾ ਦੇ ਵਿੱਚ ਵੀ ਜਿਹੜਾ ਕਿ ਕੈਨੇਡਾ ਦਾ ਡਿਫੈਂਸ ਮਿਨਿਸਟਰ ਵੀ ਹੈਗਾ ਹਰਜੀਤ ਸਿੰਘ ਸਾਜਨ, ਦੁਬਾਰਾ ਇਲੈਕਟ ਹੋ ਕੇ ਜਿੱਤ ਕੇ ਆਏ ਨੇ। ਪਹਿਲਾਂ 4 ਸਾਲ ਦੇ ਟਰਮ ਪੂਰੀ ਕੀਤੀ ਉਹਨਾਂ ਨੇ। ਇਸੇ ਤਰ੍ਹਾਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਸਿੱਖ, ਪੰਜਾਬੀ, ਹਿੰਦੂ ਕਾਫੀ ਹੈਗੇ ਜਿਹੜਾ ਕਿ ਵੋਟ ਭਾਰਤੀ ਹੈਗੇ ਨੇ। ਇਹ ਕਿੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ? ਇਹ ਬਖਸ਼ਿਸ਼ਾਂ ਮਿਲਦੀਆਂ ਜਿਹੜਾ ਸਾਡੇ ਅੰਦਰ ਕਲਗੀਆਂ ਵਾਲਾ ਮਾਲਕ ਬੈਠਾ ਹੋਇਆ ਹੈਗਾ ਆ, ਪ੍ਰਭੂ ਪਰਮਾਤਮਾ ਬੈਠਾ ਹੋਇਆ ਹੈਗਾ ਆ। ਤੇ ਜਿਸ ਤਰੀਕੇ ਦੇ ਨਾਲ ਸੂਰਮਾ ਭਾਈ ਗੁਰਤੇਜ ਸਿੰਘ ਜੀ ਆਪਣੀ ਮਾਂ ਨੂੰ ਹਮੇਸ਼ਾ ਕਹਿੰਦੇ ਸੀਗੇ ਕਿ ਮਾਂ ਮੈਂ ਤੈਨੂੰ ਸੁਖਾਲਾ ਕਰਾਂਗਾ, ਮਾਂ ਤੂੰ ਮਜ਼ਦੂਰ ਬੁਲਾਈ ਰੱਖੇ, ਮੈਂ ਇੱਟਾਂ ਦੇ ਲਈ ਪੈਸੇ ਭੇਜਾਂਗਾ। ਜਦੋਂ ਇਹੋ ਜਿਹੀਆਂ ਗੱਲਾਂ ਸੂਰਮੇ ਦੇ ਪਤਾ ਚੱਲਦੀਆਂ ਤੇ ਮਨ ਬੜਾ ਹੀ ਗਦਗਦ ਹੁੰਦਾ ਹੈਗਾ ਆ ਕਿ ਦੇਖ ਲਓ ਧਰਤੀ ਮਾਂ ਦੇ ਲਈ ਕਿੰਨਾ ਪਿਆਰ ਹੈਗਾ ਆ। ਤਾਂ ਪਿਆਰੋ ਮੈਂ ਆਪ ਦੇ ਜਿਹੜੇ ਕਿ ਖਾਸ ਕਰਕੇ ਮੇਰੇ ਪੰਜਾਬ ਦੀ ਤੇ ਜਵਾਨ ਪੀੜ੍ਹੀ ਹੈਗੀ ਆ ਜਿਹਨਾਂ ਨੇ ਕੇਸ ਕਤਲ ਕੀਤੇ ਹੋਏ ਨੇ, ਇਹਨਾਂ ਦੇ ਪ੍ਰਤੀ ਜ਼ਰੂਰ ਮੇਰੇ ਹੱਥ ਜੋੜ ਕੇ ਬੇਨਤੀ ਹੈਗੀ ਕਿ ਭਾਈ ਆਪਣੇ ਆਪ ਨੂੰ ਗੁਰਸਿੱਖੀ ਸਰੂਪ 'ਚ ਰਹੋ। ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਹੈਗਾ ਆ ਤੇ ਇਹੀ ਹੈਗਾ ਫਲਸਫਾ ਕਿ ਅਸੀਂ ਬਾਣ 'ਚ ਲੜ ਲੱਗੀਏ, ਸਮਾਜ ਦੀ ਭਲਾਈ ਕਰੀਏ, ਨਾਮ ਸਿਮਰਨ ਕਰੀਏ, ਆਪਣੇ ਜੀਵਨ ਨੂੰ ਚੰਗਾ ਸੁੱਚਾ ਜੀਵਨ ਵਾਲੇ ਬਣਾਈਏ। ਦੇਖੋ ਜੀਵਨ 'ਚ ਕਦੀ ਪੀੜਾ ਨਹੀਂ ਆਵੇਗੀ, ਹਮੇਸ਼ਾ ਸਿਰਫ ਚੜ੍ਹਦੀ ਕਲਾ 'ਚ ਰਵਾਂਗੇ। ਜਿਸ ਤਰ੍ਹਾਂ ਕਹਿੰਦੇ ਕਿ ਭਾਈ ਸ਼ਹੀਦ ਗੁਰਤੇਜ ਸਿੰਘ ਜੀ ਨੇ 12 ਚੀਨੀਆਂ ਨੂੰ ਸ਼ਹੀਦ ਕੀਤਾ ਔਰ ਆਪਣੇ ਅੰਤਿਮ ਸਵਾਸ ਲੈਣ ਤੋਂ ਫਿਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਆਪਣੀ ਸ਼੍ਰੀ ਸਾਹਿਬ ਸੰਭਾਲੀ, ਆਪਣੀ ਦਸਤਾਰ ਸੰਭਾਲੀ ਹੈਗੀ ਆ। ਉਦੋਂ ਫਿਰ ਇਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਹੈਗਾ ਆ। ਸੋ ਇਹੋ ਜਿਹੇ ਸੂਰਮੇ ਜਿਹੜੇ ਹੁੰਦੇ ਨੇ ਹਰ ਕੌਮ, ਹਰ ਧਰਮ ਦੇ ਵਿੱਚ ਹਰ ਮਾਂ ਦੀ ਕੁੱਖ 'ਚ ਪੈਦਾ ਹੋਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।